ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦਇਆ ਸਿੰਘ, ਲੈਕਚਰਰ ਇਨ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ। ਅੱਜ ਦਾ ਜੋ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਉਹ ਹੈ ਰੈਫਰੀਜਰੇਸ਼ਨ ਐਂਡ 에ਅਰ ਕੰਡੀਸ਼ਨਿੰਗ ਸਬਜੈਕਟ ਦੇ ਵਿੱਚੋਂ ਚੈਪਟਰ ਨੰਬਰ 5 ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ। ਇਸ ਵੀਡੀਓ ਦੇ ਵਿੱਚ ਦੇਖਾਂਗੇ ਜੀ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਕੀ ਹੈ। ਇਹਦਾ ਪਹਿਲਾਂ ਅਸੀਂ ਇੰਟਰੋਡਕਟਰੀ ਪਾਰਟ ਡਿਸਕਸ ਕਰਾਂਗੇ, ਦੈਨ ਇਹਦਾ ਪ੍ਰਿੰਸੀਪਲ ਡਿਸਕਸ ਕਰਾਂਗੇ, ਫਿਰ ਇਹਦੀ ਕੰਸਟਰਕਸ਼ਨ, ਵਰਕਿੰਗ, ਕਿਸ ਤਰੀਕੇ ਦੇ ਨਾਲ ਇਹ ਸਿਸਟਮ ਸਾਡੇ ਕੋਲ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਨਾਲੋਂ ਵੱਖਰਾ ਹੈ, ਉਹਦੇ ਬਾਰੇ ਅਸੀਂ 1 ਬਾਏ 1 ਅਸੀਂ ਡਿਸਕਸ ਕਰਨਾ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ ਇਹਦਾ ਇੰਟਰੋਡਕਟਰੀ ਪਾਰਟ ਡਿਸਕਸ ਕਰਦੇ ਹਾਂ। ਇਸ ਸਿਸਟਮ ਦੀ ਇੰਟਰੋਡਕਟਰੀ ਪਾਰਟ ਨੂੰ ਮੈਂ ਪੁਆਇੰਟਸ ਦੇ ਵਿੱਚ ਨੋਟ ਕੀਤਾ ਤਾਂ ਕਿ ਸਮਝਣਾ ਤੁਹਾਨੂੰ ਈਜ਼ੀ ਹੋ ਜਾਵੇ। ਸੋ ਸਭ ਤੋਂ ਪਹਿਲਾਂ ਕੀ ਕਹਿ ਰਿਹਾ, ਦਿਸ ਸਿਸਟਮ ਇਜ਼ ਵਨ ਆਫ ਦਾ ਓਲਡੈਸਟ ਐਂਡ ਸਿੰਪਲੈਸਟ ਐਂਡ ਇਕੋਨੋਮਿਕਲ ਸਿਸਟਮ ਫॉर ਪ੍ਰੋਡਿਊਸਿੰਗ ਰੈਫਰੀਜਰੇਟਿੰਗ ਇਫੈਕਟ। ਕਿ ਇਹ ਜੋ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਹੈ, ਇਹ ਰੈਫਰੀਜਰੇਟਿੰਗ ਇਫੈਕਟ ਪ੍ਰੋਡਿਊਸ ਕਰਨ ਦਾ ਹੀ ਸਭ ਤੋਂ ਪੁਰਾਣਾ ਸਿਸਟਮ ਹੈ, ਜੋ ਕਿ ਇੱਕ ਸਿੰਪਲ ਸਿਸਟਮ ਹੈ ਤੇ ਇਕਨੋਮਿਕਲ ਵੀ ਹੈ, ਸਸਤਾ ਹੈ। This is used in both domestic and in large air conditioning installations। ਕਿ ਜਿਹੜਾ ਸਿਸਟਮ ਆ ਇਹ ਡੋਮੈਸਟਿਕ ਸਿਸਟਮ ਦੇ ਵਿੱਚ ਵੀ ਯੂਜ਼ ਹੁੰਦਾ, ਘਰਾਂ ਦੇ ਵਿੱਚ ਯੂਜ਼ ਹੁੰਦਾ, ਤੇ ਇਸ ਨੂੰ ਅਸੀਂ ਲਾਰਜ ਏਅਰ ਕੰਡੀਸ਼ਨਿੰਗ ਇੰਸਟਾਲੇਸ਼ਨ ਵਾਸਤੇ ਵੀ ਯੂਜ਼ ਕਰਦੇ ਹਾਂ। ਜਿਵੇਂ ਕਿ ਅਸੀਂ ਵੱਡੇ ਵੱਡੇ ਮਾਲਸ ਦੇ ਵਿੱਚ ਦੇਖਦੇ ਹਾਂ, ਉੱਥੇ ਏਅਰ ਕੰਡੀਸ਼ਨਿੰਗ ਦਾ ਯੂਜ਼ ਹੁੰਦਾ, ਥੀਏਟਰਸ ਦੇ ਵਿੱਚ ਇਸ ਦਾ ਇਸਤੇਮਾਲ ਹੁੰਦਾ। ਤਾਂ ਜਿੱਥੇ ਵੀ ਹਾਈ ਲੈਵਲ 'ਤੇ ਏਅਰ ਕੰਡੀਸ਼ਨਿੰਗ ਯੂਜ਼ ਹੁੰਦੀ ਹੈ ਤਾਂ ਉਸ ਜਗ੍ਹਾ 'ਤੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਕਿਸੇ ਟਾਈਮ 'ਤੇ, ਔਰ ਅੱਜ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ, ਬਟ ਬਹੁਤ ਹੀ ਰੇਅਰ ਕੀਤਾ ਜਾਂਦਾ। ਉਹਦੇ ਪਿੱਛੇ ਕੁਝ ਕਾਰਨ ਨੇ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਮਝਾਂਗੇ ਕਿ ਇਸ ਦੇ ਕੀ ਕਾਰਨ ਨੇ। ਅਗਲੇ ਪੁਆਇੰਟ 'ਚੋਂ ਗੱਲ ਕਰ ਰਿਹਾ, ਕਹਿੰਦਾ ਦ ਰੈਫਰੀਜਰੈਂਟ ਕਾਮਨਲੀ ਯੂਜ਼ਡ ਇਜ਼ ਅਮੋਨੀਆ। ਕਿ ਮੋਸਟਲੀ ਜਿਹੜਾ ਇਸ ਸਿਸਟਮ ਦੇ ਵਿੱਚ ਅਸੀਂ ਰੈਫਰੀਜਰੈਂਟ ਯੂਜ਼ ਕਰਦੇ ਹਾਂ ਉਹ ਮੇਨਲੀ ਅਸੀਂ ਅਮੋਨੀਆ ਨੂੰ ਯੂਜ਼ ਕਰਦੇ ਹਾਂ। ਦਿਸ ਸਿਸਟਮ ਯੂਜ਼ਿਜ਼ ਹੀਟ ਐਨਰਜੀ ਇੰਸਟੈਡ ਆਫ ਮਕੈਨੀਕਲ ਐਨਰਜੀ, ਐਜ਼ ਕੰਪਰੈਸਰ ਇਜ਼ ਰਿਪਲੇਸਡ ਬਾਏ ਐਨ ਅਬਜ਼ੌਰਬਰ, ਅ ਪੰਪ, ਆ ਜਨਰੇਟਰ, ਆ ਪ੍ਰੈਸ਼ਰ ਰਿਡਿਊਸਿੰਗ ਵਾਲ। ਕਹਿੰਦਾ ਇਸ ਸਿਸਟਮ ਦੇ ਅੰਦਰ ਅਸੀਂ ਹੀਟ ਐਨਰਜੀ ਯੂਜ਼ ਕਰਦੇ ਹਾਂ ਇੰਸਟੈਡ ਆਫ ਮਕੈਨੀਕਲ ਐਨਰਜੀ। ਹੁਣ ਇੱਥੇ ਕੀ ਚੀਜ਼ ਕਹਿ ਰਿਹਾ ਹੈ, ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਅਸੀਂ ਪਿਛਲੇ ਸਿਸਟਮ ਦੀ ਗੱਲ ਕਰ ਰਹੀ ਹੈ, ਅਸੀਂ ਪੜ੍ਹਿਆ ਸੀ ਪਹਿਲਾਂ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ। ਉਸ ਸਿਸਟਮ ਦੇ ਅੰਦਰ ਅਸੀਂ ਕੰਪਰੈਸਰ ਨੂੰ ਯੂਜ਼ ਕਰ ਰਹੇ ਸੀ ਉਸ ਰੈਫਰੀਜਰੈਂਟ ਦਾ ਟੈਂਪਰੇਚਰ ਤੇ ਪ੍ਰੈਸ਼ਰ ਨੂੰ ਇਨਕਰੀਜ਼ ਕਰਨ ਦੇ ਲਈ। ਜੋ ਕੰਮ ਉੱਥੇ ਅਸੀਂ ਕੰਪਰੈਸਰ ਦੀ ਹੈਲਪ ਦੇ ਨਾਲ ਮਕੈਨੀਕਲੀ ਕਰ ਰਹੇ ਸੀ, ਔਰ ਉਹੀ ਕੰਮ ਅਸੀਂ ਸੇਮ ਇਸ ਸਿਸਟਮ ਦੇ ਅੰਦਰ ਇਹਨਾਂ 4 ਕੰਪੋਨੈਂਟਸ ਦੀ ਹੈਲਪ ਦੇ ਨਾਲ ਕਰਾਂਗੇ: ਅਬਜ਼ੌਰਬਰ, ਪੰਪ, ਜਨਰੇਟਰ ਤੇ ਪ੍ਰੈਸ਼ਰ ਰਿਡਿਊਸਿੰਗ ਵਾਲ। These components perform the same function as that of a compressor in the vapor compression system। ਕਿ ਇਹ ਜੋ ਕੰਪੋਨੈਂਟ ਅਸੀਂ ਇੱਥੇ ਯੂਜ਼ ਕਰ ਰਹੇ ਹਾਂ, ਜਿਨ੍ਹਾਂ ਦੀ ਅਸੀਂ ਗੱਲ ਕੀਤੀ, ਅਬਜ਼ੌਰਬਰ, ਪੰਪ, ਜਨਰੇਟਰ ਤੇ ਪ੍ਰੈਸ਼ਰ ਰਿਡਿਊਸਿੰਗ ਵਾਲ, ਇਹ ਸੇਮ ਫੰਕਸ਼ਨ ਹੀ ਪਰਫਾਰਮ ਕਰਨਗੇ ਜੋ ਕਿ ਅਸੀਂ ਵੇਪਰ ਕੰਪਰੈਸ਼ਨ ਸਿਸਟਮ ਦੇ ਅੰਦਰ ਕੰਪਰੈਸਰ ਤੋਂ ਲੈ ਰਹੇ ਹਾਂ। In this system, the vapor refrigerant from the evaporator is drawn into an absorber where it is absorbed by the weak solution of the refrigerant to form a strong solution। ਕਹਿੰਦਾ ਜੀ ਇਸ ਸਿਸਟਮ ਦੇ ਅੰਦਰ ਜੋ ਵੇਪਰ ਰੈਫਰੀਜਰੈਂਟ ਹੈ, ਜਦੋਂ ਉਹ ਇਵੈਪੋਰੇਟਰ ਨੂੰ ਲੀਵ ਕਰਕੇ ਆਊਗਾ ਤਾਂ ਉਸ ਤੋਂ ਬਾਅਦ ਜੇ ਅਸੀਂ ਪਿਛਲੇ ਸਿਸਟਮ ਦੀ ਗੱਲ ਕਰ ਰਹੀਏ ਤਾਂ ਉਹ ਵੇਪਰ ਕੰਪਰੈਸ਼ਨ ਸਿਸਟਮ ਦੇ ਅੰਦਰ ਕੰਪਰੈਸਰ ਤੇ ਜਾਂਦਾ ਇਵੈਪੋਰੇਟਰ ਤੋਂ ਬਾਅਦ। ਪਰ ਇਸ ਸਿਸਟਮ ਦੇ ਅੰਦਰ ਉਹ ਇਵੈਪੋਰੇਟਰ 'ਚ ਜਦੋਂ ਵੇਪਰਸ ਰੈਫਰੀਜਰੈਂਟ ਬਾਹਰ ਨਿਕਲੂਗਾ ਹੀਟ ਨੂੰ ਅਬਜ਼ੌਰਬ ਕਰਕੇ ਸਿਸਟਮ ਦੀ, ਉਹ ਕਿੱਥੇ ਜਾਊਗਾ? ਸਿੱਧਾ ਅਬਜ਼ੌਰਬਰ ਦੇ ਉੱਤੇ, ਔਰ ਉਸ ਜਗ੍ਹਾ 'ਤੇ ਉਹ ਵੀਕ ਸੋਲਿਊਸ਼ਨ ਤੋਂ ਇੱਕ ਸਟਰੋਂਗ ਸੋਲਿਊਸ਼ਨ ਨੂੰ ਪਰਫਾਰਮ ਕਰੂਗਾ। This strong solution is pumped to the generator where it is heated by the external source to raise its temperature and pressure। ਉਸ ਤੋਂ ਬਾਅਦ ਇਸ ਸਿਸਟਮ ਦੇ ਅੰਦਰ ਅਬਜ਼ੌਰਬਰ ਤੋਂ ਜੋ ਸਾਡਾ ਸਟਰੋਂਗ ਸੋਲਿਊਸ਼ਨ ਹੋਊਗਾ ਉਹ ਜਨਰੇਟਰ ਤੇ ਭੇਜਿਆ ਜਾਊਗਾ, ਜਿਸ ਜਗ੍ਹਾ ਤੇ ਜਾ ਕੇ ਉਸ ਦਾ ਟੈਂਪਰੇਚਰ ਤੇ ਪ੍ਰੈਸ਼ਰ ਇਨਕਰੀਜ਼ ਹੋ ਜਾਊਗਾ। During the heating process, the vapor refrigerant enter the condenser where it is liquefied। ਕਹਿੰਦਾ ਇਸ ਪ੍ਰੋਸੈਸ ਦੇ ਅੰਦਰ, ਕਹਿੰਦਾ ਜਦੋਂ ਹੀਟਿੰਗ ਦਾ ਪ੍ਰੋਸੈਸ ਹੋਊਗਾ, ਜਿਹੜਾ ਵੇਪਰ ਰੈਫਰੀਜਰੈਂਟ ਹੈ ਉਹ ਐਂਟਰ ਕਰੂਗਾ ਕੰਡੈਂਸਰ ਦੇ ਵਿੱਚ, ਜਿੱਥੇ ਉਹ ਵੇਪਰਸ ਤੋਂ ਲਿਕੁਇਡ ਫਾਰਮ ਦੇ ਅੰਦਰ ਕਨਵਰਟ ਹੋ ਜਾਊਗਾ। This liquid refrigerant then flows into evaporator and thus the cycle is complete। ਔਰ ਜਿਵੇਂ ਹੀ ਸਾਡਾ ਲਿਕੁਇਡ ਰੈਫਰੀਜਰੈਂਟ ਕੰਡੈਂਸਰ ਤੋਂ ਹੁੰਦਾ ਹੋਇਆ, ਐਕਸਪੈਂਸ਼ਨ ਵਾਲ ਤੋਂ ਹੁੰਦਾ ਹੋਇਆ ਇਵੈਪੋਰੇਟਰ ਤੇ ਵਾਪਸ ਆਉਂਦਾ ਤਾਂ ਸਾਡਾ ਸਾਈਕਲ ਕੰਪਲੀਟ ਹੋ ਜਾਂਦਾ। ਔਰ ਇਸੇ ਤਰ੍ਹਾਂ ਹੀ ਵੇਪਰ ਅਬਜ਼ੌਰਪਸ਼ਨ ਸਿਸਟਮ ਦੇ ਅੰਦਰ ਸਾਈਕਲ ਬਾਈ ਸਾਈਕਲ ਸਾਡਾ ਜੋ ਪ੍ਰੋਸੈਸ ਹੈ ਉਹ ਚੱਲਦਾ ਰਹਿੰਦਾ।
ਨੈਕਸਟ ਅਸੀਂ ਗੱਲ ਕਰਾਂਗੇ ਇਸ ਦੇ ਪ੍ਰਿੰਸੀਪਲ ਦੇ ਬਾਰੇ। ਜਿਵੇਂ ਕਿ ਅਸੀਂ ਜਾਣਦੇ ਹਾਂ, ਅਸੀਂ ਗੱਲ ਕਰ ਰਹੇ ਹਾਂ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਬਾਰੇ। ਤਾਂ ਇਸ ਸਿਸਟਮ ਦੇ ਅੰਦਰ ਜਿਵੇਂ ਕਿ ਨਾਮ ਇੰਡੀਕੇਟ ਕਰ ਰਿਹਾ ਕਿ ਕੁਛ ਨਾ ਕੁਛ ਅਬਜ਼ੌਰਬ ਕੀਤਾ ਜਾਊਗਾ। ਸੋ ਇਸ ਸਿਸਟਮ ਦੇ ਵਿੱਚ ਗੱਲ ਕਰ ਰਹੇ ਆਲ ਦਾ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ operates on the principle that several combination of chemicals have the property that one absorbs the other on cooling but releases the same on heating. For maintaining a pressure difference in the system necessary to evaporate and condense the refrigerant. ਕੀ ਮਤਲਬ ਹੈ ਜੀ ਕਿ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਅੰਦਰ ਜਿਵੇਂ ਅਸੀਂ ਜਾਣਦੇ ਹਾਂ ਕਿ ਇੱਕ ਟਾਈਮ ਦੇ ਉੱਤੇ ਅਸੀਂ 2 ਰੈਫਰੀਜਰੈਂਟਸ ਦਾ ਇਸਤੇਮਾਲ ਕਰਦੇ ਹਾਂ, ਤਾਂ ਉਹ ਕੈਮੀਕਲੀ ਇੰਨੇ ਕੁ ਸਟੇਬਲ ਹੋਣੇ ਚਾਹੀਦੇ ਨੇ ਕਿ ਆਪਸ ਦੇ ਵਿੱਚ ਮਿਲ ਕੇ ਇੱਕ ਸਟਰੋਂਗ ਸੋਲਿਊਸ਼ਨ ਦੇਣ ਸਾਨੂੰ ਜਦੋਂ ਉਹਨਾਂ ਨੂੰ ਕੂਲ ਕੀਤਾ ਜਾਵੇ, ਔਰ ਜਦੋਂ ਉਹਨਾਂ ਨੂੰ ਹੀਟ ਅਪ ਕੀਤਾ ਜਾਵੇ ਤਾਂ ਦੋਨੋਂ ਹੀ ਅਲੱਗ-ਅਲੱਗ ਹੋ ਜਾਣ। ਔਰ ਇਹ ਚੀਜ਼ ਉਲਟੀ ਵੀ ਹੋ ਸਕਦੀ ਹੈ ਕਿ ਲੋ ਟੈਂਪਰੇਚਰ ਦੇ ਉੱਤੇ ਕੂਲ ਕਰਨ ਦੇ ਦੌਰਾਨ ਸਾਨੂੰ ਇੱਕ ਵੀਕ ਸੋਲਿਊਸ਼ਨ ਦੇ ਰਹੇ ਨੇ ਤੇ ਹੀਟ ਕਰਨ ਦੇ ਉੱਤੇ ਸਾਨੂੰ ਇੱਕ ਸਟਰੋਂਗ ਸੋਲਿਊਸ਼ਨ ਦੇ ਰਹੇ ਆ, ਤਾਂ ਦੋਨੋਂ ਚੀਜ਼ਾਂ ਹੀ ਸਾਨੂੰ ਮਿਲ ਸਕਦੀਆਂ ਨੇ। ਔਰ ਇਹ ਚੀਜ਼ ਕਿਉਂ ਕੀਤੀ ਜਾਂਦੀ ਹੈ? ਪ੍ਰੈਸ਼ਰ ਡਿਫਰੈਂਸ ਕ੍ਰੀਏਟ ਕਰਨ ਦੇ ਲਈ ਸਿਸਟਮ ਦੇ ਅੰਦਰ, ਜੋ ਕਿ ਅਸੀਂ ਇਵੈਪੋਰੇਸ਼ਨ ਤੇ ਕੰਡੈਂਸੇਸ਼ਨ ਦੇ ਦੌਰਾਨ ਇਸ ਹਾਸਲ ਕਰਦੇ ਹਾਂ ਸਿਸਟਮ ਦੇ ਵਿੱਚੋਂ। ਜਿਵੇਂ ਕਿ ਆਪਾਂ ਹੁਣੀ ਗੱਲ ਕੀਤੀ ਕਿ ਇਸ ਸਿਸਟਮ ਦੇ ਅੰਦਰ ਘੱਟੋ ਘੱਟ 2 ਰੈਫਰੀਜਰੈਂਟਸ ਜ਼ਰੂਰ ਯੂਜ਼ ਹੋਣਗੇ ਪੂਰਾ ਫੰਕਸ਼ਨ ਪਰਫਾਰਮ ਕਰਨ ਦੇ ਲਈ। ਤਾਂ ਕੁਝ ਸਾਡੇ ਕੋਲ ਕੰਬੀਨੇਸ਼ਨਸ ਨੇ ਕਿ ਅਬਜ਼ੌਰਪਸ਼ਨ ਸਿਸਟਮ ਦੇ ਅੰਦਰ ਕਿਸ ਤਰ੍ਹਾਂ ਦੇ ਰੈਫਰੀਜਰੈਂਟਸ ਨੂੰ ਮਿਲਾ ਕੇ ਅਸੀਂ ਕੰਮ ਕਰ ਸਕਦੇ ਹਾਂ। ਜਿਵੇਂ ਕਿ ਇੱਥੇ ਦੇ ਰਿਹਾ ਅਮੋਨੀਆ ਐਜ਼ ਅ ਰੈਫਰੀਜਰੈਂਟ ਐਂਡ ਵਾਟਰ ਐਜ਼ ਅ ਅਬਜ਼ੌਰਬੈਂਟ, ਕਿ ਅਮੋਨੀਆ ਤੇ ਵਾਟਰ ਨੂੰ ਮਿਕਸ ਅਪ ਕਰਕੇ ਅਸੀਂ ਯੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ ਅਮੋਨੀਆ ਸਾਡਾ ਰੈਫਰੀਜਰੈਂਟ ਦਾ ਕੰਮ ਕਰੂਗਾ ਤੇ ਵਾਟਰ ਉਹਨੂੰ ਅਬਜ਼ੌਰਬ ਕਰਨ ਦਾ ਕੰਮ ਕਰੂਗਾ, ਅਬਜ਼ੌਰਬੈਂਟ ਦਾ ਕੰਮ ਕਰੂਗਾ। ਨੈਕਸਟ ਸਿਸਟਮ ਦੇ ਅੰਦਰ ਵਾਟਰ ਐਜ਼ ਅ ਰੈਫਰੀਜਰੈਂਟ ਐਂਡ ਲੀਥੀਅਮ ਬ੍ਰੋਮਾਈਡ ਐਜ਼ ਅ ਅਬਜ਼ੌਰਬੈਂਟ, ਕਿ ਵਾਟਰ ਰੈਫਰੀਜਰੈਂਟ ਦਾ ਕੰਮ ਕਰ ਰਿਹਾ, ਲੀਥੀਅਮ ਬ੍ਰੋਮਾਈਡ ਅਬਜ਼ੌਰਬੈਂਟ ਦਾ ਕੰਮ ਕਰ ਰਿਹਾ। ਇਸੇ ਤਰ੍ਹਾਂ ਹੀ ਸਲਫਰ ਡਾਈਆਕਸਾਈਡ ਐਜ਼ ਅ ਰੈਫਰੀਜਰੈਂਟ, ਸਿਲਿਕਾ ਜੈਲ ਐਜ਼ ਅ ਅਬਜ਼ੌਰਬੈਂਟ, ਮਿਥਾਈਲ ਕਲੋਰਾਈਡ ਐਜ਼ ਅ ਰੈਫਰੀਜਰੈਂਟ ਐਂਡ ਡਾਈਮਿਥਾਈਲ ਇਥੇਨ ਐਜ਼ ਅ ਅਬਜ਼ੌਰਬੈਂਟ। ਇਹ ਸਾਡੇ ਕੋਲ ਕੁਝ ਕੰਬੀਨੇਸ਼ਨਸ ਨੇ ਜਿਨ੍ਹਾਂ ਨੂੰ ਅਸੀਂ ਇਸਤੇਮਾਲ ਕਰਕੇ ਵੇਪਰ ਅਬਜ਼ੌਰਪਸ਼ਨ ਸਿਸਟਮ ਦੇ ਅੰਦਰ ਆਪਣਾ ਜੋ ਰੈਫਰੀਜਰੇਟਿੰਗ ਇਫੈਕਟ ਪ੍ਰੋਡਿਊਸ ਕਰਨ ਦਾ ਕੰਮ ਹੈ ਉਹਨੂੰ ਅਸੀਂ ਅਚੀਵ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਜੀ ਜਿਹੜੇ ਸਾਡੇ ਕੋਲ ਅਬਜ਼ੌਰਪਸ਼ਨ ਸਿਸਟਮ ਨੇ, ਇਹਨਾਂ ਦੇ ਵਿੱਚ ਸਾਡੇ ਕੋਲ 2 ਤਰ੍ਹਾਂ ਦੇ ਅਬਜ਼ੌਰਬੈਂਟ ਯੂਜ਼ ਹੋ ਸਕਦੇ ਨੇ, ਸੋਲਿਡ ਤੇ ਲਿਕੁਇਡ। ਹੁਣ ਉਹਨਾਂ ਨੂੰ ਡਿਸਟਿੰਗੁਇਸ਼ ਕਰਨ ਦੇ ਲਈ ਲਿਖ ਰਿਹਾ ਦ ਸਿਸਟਮ ਵਿਚ ਯੂਜ਼ਸ solid absorbents are known as intermittent absorption system, while the system using the liquid absorbents are continuous cycle absorption system। ਕਿ ਜਿਨ੍ਹਾਂ ਸਿਸਟਮਸ ਦੇ ਅੰਦਰ ਸੋਲਿਡ ਅਬਜ਼ੌਰਬੈਂਟ ਯੂਜ਼ ਹੋ ਰਿਹਾ ਉਹਨਾਂ ਨੂੰ ਅਸੀਂ ਇੰਟਰਮਿਟੈਂਟ ਅਬਜ਼ੌਰਪਸ਼ਨ ਸਿਸਟਮ ਕਹਿੰਦੇ ਆ, ਤੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਲਿਕੁਇਡ ਅਬਜ਼ੌਰਬੈਂਟ ਯੂਜ਼ ਹੋ ਰਿਹਾ ਉਹਨਾਂ ਨੂੰ ਅਸੀਂ ਕੰਟੀਨਿਊਸ ਸਾਈਕਲ ਅਬਜ਼ੌਰਪਸ਼ਨ ਸਿਸਟਮ ਆਖਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਜੀ, ਕਹਿੰਦਾ ਇਨ ਦ ਲਿਕੁਇਡ ਅਬਜ਼ੌਰਪਸ਼ਨ ਸਿਸਟਮ the following main parts are connected in series with help of steel pipes। ਕਿ ਲਿਕੁਇਡ ਸਿਸਟਮ ਦੇ ਅੰਦਰ, ਜਿਨ੍ਹਾਂ ਸਿਸਟਮ ਦੇ ਅੰਦਰ ਲਿਕੁਇਡ ਅਬਜ਼ੌਰਬੈਂਟ ਯੂਜ਼ ਹੋ ਰਿਹਾ, ਕੁਛ ਇਸ ਤਰ੍ਹਾਂ ਦੇ ਕੰਪੋਨੈਂਟਸ ਲੱਗੇ ਹੁੰਦੇ ਨੇ। ਕਹਿ ਰਿਹਾ ਜੀ ਜਨਰੇਟਰ ਹੈ, ਰੈਕਟੀਫਾਇਰ ਹੈ ਜਿਹਨੂੰ ਅਸੀਂ ਇੱਕ ਸੈਪਰੇਟਰ ਵੀ ਆਖ ਸਕਦੇ ਹਾਂ, ਕੰਡੈਂਸਰ ਹੈ, ਇਵੈਪੋਰੇਟਰ ਹੈ, ਅਬਜ਼ੌਰਬਰ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸਾਰੇ ਕੰਪੋਨੈਂਟਸ ਹੋਣਗੇ ਜਿਹੜੇ ਕਿ ਅਸੀਂ ਨੈਕਸਟ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਸੋ ਇਹਦੇ ਨਾਲ ਹੀ ਮੇਰਾ ਇਹ ਵੀਡੀਓ ਇੰਟਰੋਡਕਟਰੀ ਪਾਰਟ ਸੀ ਜੋ ਉਹ ਕੰਪਲੀਟ ਹੋ ਚੁੱਕਿਆ। ਆਈ ਹੋਪ ਕਿ ਤੁਸੀਂ ਇਹਨਾਂ ਟੌਪਿਕਸ ਦੇ ਨਾਲ ਸੈਟਿਸਫਾਈਡ ਹੋਵੋਗੇ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।